संतां के कारज आप खलोया, संतां के कारज हर कम करावण आया राम। वाहिगुरू जी का खालसा, श्री वाहिगुरू जी की फतेह। साध संग जम जेवरी काटी, नानक सहज समाया। ਬਾਬਾ ਜੀ ਦੇ ਸਮੇਂ ਡੇਰੇ ਵਿੱਚ 4 ਸਫੇਰੇ ਉਜਾੜ ਬੀਆਬਾਨ ਸੀ। ਜੰਡ ਕਰੀਰ ਮਲੇ ਬੇਅੰਤ ਵਣ ਸਨ। ਬੰਦਾ ਲੁਕ ਜਾਏ ਤਾਂ ਲੱਭਿਆ ਨਹੀਂ ਸੀ ਲੱਭਦਾ। ਇਹਨਾਂ ਵਿੱਚ ਜੰਗਲੀ ਜਾਨਵਰ, ਮੋਰ, ਤਿੱਤਰ, ਬਿੱਲੇ, ਸੱਪ ਆਦਿ ਬੇਅੰਤ ਸਨ। ਇੱਕ ਸਮੇਂ ਬਾਬਾ ਜੀ ਦੇ ਆਸਣ 'ਤੇ 2 ਬਿੱਲੇ ਆ ਕੇ ਪਹਿਲਾਂ ਰੋਇਆ ਕਰਨ, ਫਿਰ ਆਪਸ ਵਿੱਚ ਲੜਿਆ ਕਰਨ। ਕਈ ਦਿਨ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਨੀਲਾ ਸਿਆਂ ਤਕੜੇ ਹੋ ਕੇ ਇਹਨਾਂ ਨੂੰ ਰੋਕੋ। ਸਾਡੇ ਆਸਣ ਦੇ ਨੇੜੇ ਆ ਕੇ ਕਿਉਂ ਲੜਨ, ਚੰਗੇ ਨਹੀਂ ਲੱਗਦੇ। ਹੁਕਮ ਅਨੁਸਾਰ ਨੀਲਾ ਸਿੰਘ ਪਹਿਰੇ 'ਤੇ ਖੜੋ ਗਿਆ, ਪਰੰਤੂ ਬਿੱਲੇ ਫਿਰ ਵੀ ਆ ਕੇ ਲੜਨ ਲੱਗ ਪਏ। ਬਾਬਾ ਜੀ ਨੇ ਬਚਨ ਕੀਤਾ, ਨੀਲਾ ਸਿਆਂ। ਬਿੱਲੇ ਫੇਰ ਆ ਗਏ। ਨੀਲਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਪਤਾ ਨਹੀਂ ਇਹ ਕਿਸ ਪਾਸੇ ਤੋਂ ਆ ਗਏ। ਮੈਂ ਨਿਗਾਹ ਤਾਂ ਬੜੀ ਰੱਖੀ ਹੈ। ਹਜ਼ੂਰ ਨੇ ਬਚਨ ਕੀਤਾ, ਬਾਲਿਆ ਸਵੇਰੇ ਦੁੱਧ ਛਕਾਂਗੇ, ਤਿਆਰੀ ਕਰ ਲੈਣੀ। ਅਗਲੇ ਦਿਨ ਬਿੱਲੇ ਫੇਰ ਪਹੁੰਚ ਗਏ। ਲੜਾਈ ਫੇਰ ਆਰੰਭ ਹੋ ਗਈ। ਇਸ ਦਿਨ ਐਸੀ ਭਿਆਨਕ ਲੜਾਈ ਹੋਈ ਕਿ ਬਿੱਲੇ ਲੜਦੇ ਲੜਦੇ ਲਹੂ ਲਹਾਨ ਹੋ ਗਏ। ਹਜ਼ੂਰ ਨੇ ਬਚਨ ਕੀਤਾ, ਬਾਲਿਆ ਬਿੱਲਿਆਂ ਨੂੰ ਲੜਨੋਂ ਹਟਾ ਕੇ ਬਚਨ ਕਰ ਦੇ। ਤੁਸੀਂ ਟਿੱਲੇ ਉੱਤੇ ਚਲੋ ਬੈਠੋ, ਅੱਜ ਤੁਹਾਡਾ ਵੀ ਇਲਾਜ ਕਰਦੇ ਹਾਂ। ਲਿਆ ਬਾਲਿਆ, ਤਿਆਰੀ ਕਰ, ਦੁੱਧ ਛਕੀਏ। ਬਾਬਾ ਜੀ ਆਪਣੀ ਮੌਜ ਅਨੁਸਾਰ ਦੁੱਧ ਛਕਦੇ ਰਹੇ। ਉਪਰੰਤ ਬਚਨ ਕੀਤਾ, ਬਾਲਿਆ ਇੱਕ ਠੀਕਰਾ ਲੈ ਕੇ ਆ। ਠੀਕਰਾ ਲਿਆਉਣ ਉਪਰੰਤ ਸ਼ੀਤ ਪ੍ਰਸਾਦ ਵਾਲਾ ਦੁੱਧ ਠੀਕਰੇ ਵਿੱਚ ਪਵਾ ਕੇ ਬਚਨ ਕੀਤਾ, ਟਿੱਲੇ ਉੱਤੇ ਬਿੱਲੇ ਬੈਠੇ ਹਨ, ਦੁੱਧ ਉਹਨਾਂ ਨੂੰ ਪਾ ਆਓ। ਜਿਸ ਸਮੇਂ ਸੇਵਕ ਟਿੱਲੇ ਉੱਪਰ ਠੀਕਰਾ ਲੈ ਕੇ ਗਿਆ ਤਾਂ ਬਿੱਲੇ ਉੱਪਰ ਬੈਠੇ ਸਨ, ਜਿਵੇਂ ਉਡੀਕ ਕਰ ਰਹੇ ਹੋਣ। ਠੀਕਰਾ ਅੱਗੇ ਰੱਖ ਦਿੱਤਾ। ਦੋਵੇਂ ਬਿੱਲੇ ਇਕੱਠੇ ਹੀ ਪੀਣ ਲੱਗ ਪਏ। ਮਹਾਂਪੁਰਖ ਦੀ ਨਦਰ ਹੋਵੇ ਤਾਂ ਜਾਨਵਰਾਂ ਵਿੱਚੋਂ ਵੀ ਵਿਰੋਧ ਮੁੱਕ ਜਾਂਦਾ ਹੈ। ਸੇਵਕ ਨੂੰ ਹੁਕਮ ਸੀ, ਸਾਰਾ ਦੁੱਧ ਪਿਆ ਕੇ ਆ। ਸਾਰਾ ਪੀ ਲੈਣ ਉਪਰੰਤ ਸੇਵਕ ਨੇ ਬੇਨਤੀ ਕੀਤੀ, ਮਹਾਰਾਜ ਬਿੱਲੇ ਦੁੱਧ ਪੀ ਗਏ ਹਨ। ਸੁਣਨ ਉਪਰੰਤ ਹਜ਼ੂਰ ਨੇ ਬਚਨ ਕੀਤਾ, ਚੰਗਾ ਹੋਇਆ ਪੀ ਗਏ। ਅੱਜ ਤੋਂ 100 ਸਾਲ ਪਹਿਲਾਂ ਅਸੀਂ ਨੇਪਾਲ ਵਿੱਚ ਤਪੱਸਿਆ ਕਰਦੇ ਹੁੰਦੇ ਸੀ ਤੇ ਇਹ ਬਿੱਲੇ ਸਾਡੇ ਸੇਵਕ ਸਨ। ਕਿਸੇ ਸਮੇਂ ਇਹ ਕੁਕਰਮੀ ਬਣ ਗਏ। ਸਾਡੇ ਸਮਝਾਉਣ 'ਤੇ ਵੀ ਨਾ ਸਮਝੇ। ਝਗੜਾਲੂ ਉਸ ਵੇਲੇ ਵੀ ਬੜੇ ਸਨ। ਹੁਣ ਸਮਾਂ ਬਣਿਆ, ਇਹ ਸਾਡੇ ਕੋਲ ਪਹੁੰਚੇ। ਚੰਗੇ ਸਮੇਂ ਆ ਗਏ। ਅੱਜ ਮੁਕਤੀ ਹੋਈ ਹੈ। ਗਏ ਦਰਗਾਹ ਨੂੰ।
ਧੰਨ ਗੁਰੂ ਨਾਨਕ ਚੰਗਾ ਹੋਇਆ ਸੁਧ ਹੈ। ਬਿਨ ਬੂਝੇ ਪਸ਼ੂ ਕੀ ਨਿਆਈ, ਭਰਮ ਮੋਹੇ ਵਿਆਪਿਓ ਮਾਇਆ। ਸਾਧ ਸੰਗ ਜਮ ਜੇਵਰੀ ਕਾਟੀ, ਨਾਨਕ ਸਹਿਜ ਸਮਾਇਆ। ਡਰੋਲੀ ਭਾਈ ਦਾ ਸਰਦਾਰ ਮੱਘਰ ਸਿੰਘ ਮਾਲ ਪਟਵਾਰੀ ਭਾਈ ਕੇ ਚੱਕ ਫਿਰ ਪੂਲੇ ਤੇ ਕਿਸੇ ਸਮੇਂ ਭੁੱਚੋ ਰਿਹਾ। ਬਾਬਾ ਜੀ ਦੇ ਦਰਸ਼ਨ ਕਰਨ ਆਉਂਦਾ ਰਿਹਾ ਸੀ। ਇਸ ਦੇ ਉਸ ਸਮੇਂ ਦੋ ਲੜਕੇ ਹਜ਼ਾਰਾ ਸਿੰਘ ਤੇ ਸਰਦਾਰਾ ਸਿੰਘ ਛੋਟੀ ਉਮਰ ਵਿੱਚ ਪੜ੍ਹਦੇ ਸਨ। ਬਾਬਾ ਜੀ ਨੇ ਮੱਘਰ ਸਿੰਘ ਨੂੰ ਬਚਨ ਕਰਨਾ। ਪਟਵਾਰਾ ਸਿੰਘ ਆ ਗਿਆ। ਮੱਘਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਪਟਵਾਰੀ ਤੋਂ ਵੱਡਾ ਪਟਵਾਰਾ ਹੁੰਦਾ ਹੈ। ਇਸ ਬਚਨ ਅਨੁਸਾਰ ਮੱਘਰ ਸਿੰਘ ਕਾਨੂੰਗੋ ਬਣ ਗਿਆ। ਇਹ ਦੋਨੋਂ ਬਚਨ ਮਾਤਾ ਪਿਤਾ ਪਾਸੋਂ ਮਿਲੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਬ੍ਰਹਮ ਦੀਸੇ, ਬ੍ਰਹਮ ਸੁਣੀਏ, ਏਕੋ ਏਕ ਵਖਾਣੀਏ। ਆਤਮ ਪਸਾਰਾ, ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ, ਆਪ ਭੁਗਤਾ, ਆਪ ਕਾਰਨ ਕੀਆ। ਬਿਨਵੰਤ ਨਾਨਕ ਸੇਈ ਜਾਣੇ, ਜਿਨੇ ਹਰ ਰਸ ਪੀਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਸ੍ਰੀ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਹੁਕਮ ਅਨੁਸਾਰ ਭੁੱਚੋ ਪਹੁੰਚ ਗਏ। ਨਾਲ ਕਿੰਨੀ ਕੁ ਸੰਗਤ ਸੀ, ਕੌਣ ਕੌਣ ਸੰਗੀ ਸੇਵਕ ਨਾਲ ਸਨ, ਲੇਖਕ ਨੂੰ ਕੁਝ ਪਤਾ ਨਹੀਂ ਲੱਗ ਸਕਿਆ। ਦਰਸ਼ਨ ਮੇਲਾ ਕੀਤਾ। ਸਭ ਸੰਗਤ ਦੇ ਸਮੇਤ ਬਾਬਾ ਜੀ ਦੀ ਸ਼ਰ੍ਹਾ ਕਰਵਾਈ। ਫਿਰ ਹੁਕਮ ਕੀਤਾ, ਮਹਾਂਪੁਰਖੋ, ਆਪਣੇ ਸੰਗੀਆਂ ਸੇਵਕਾਂ ਦੇ ਨਾਮ ਲਿਖਾ ਦਿਓ। ਜਿਸ ਦਾ ਨਾਮ ਲਿਖਾ ਦਿਓਗੇ ਨਰਕ ਨੂੰ ਨਹੀਂ ਜਾਣ ਦਿਆਂਗੇ। ਹੁਕਮ ਅਨੁਸਾਰ ਸਭਨਾ ਸੰਗੀਆਂ ਦੇ ਨਾਮ ਲਿਖਾਏ ਗਏ। ਫਿਰ ਬਚਨ ਕੀਤਾ, ਰਿਖੀ ਜੀ, ਸਾਨੂੰ ਆਪਣੇ ਹੱਥੀਂ ਤੋਰੋ ਦਰਗਾਹ ਨੂੰ। ਅਸੀਂ ਬਹੁਤ ਸਮਾਂ ਤੁਹਾਡਾ ਬਚਨ ਮੰਨ ਕੇ ਨਹੀਂ ਗਏ, ਹੁਣ ਤੋਰ ਦਿਓ। ਅੱਗੋਂ ਬਾਬਾ ਆਨੰਦ ਸਿੰਘ ਜੀ ਨੇ ਉਹੀ ਬੇਨਤੀ ਫੇਰ ਕਰ ਦਿੱਤੀ, ਗਰੀਬ ਨਵਾਜ਼, ਤੁਹਾਡੇ ਬਿਨਾਂ ਸੰਸਾਰ ਵਿੱਚ ਸਾਡਾ ਕੋਈ ਨਹੀਂ। ਤੁਸੀਂ ਸਦਾ ਰਹੋ ਤੇ ਸਾਨੂੰ ਤੋਰ ਦਿਓ। ਬਾਬਾ ਜੀ ਨੇ ਫੇਰ ਬਚਨ ਕੀਤਾ, ਮਹਾਂਪੁਰਖੋ, ਤੁਹਾਡੀ ਮਰਜ਼ੀ ਹੈ। ਸਾਨੂੰ ਤੁਹਾਡੇ ਉੱਤੇ ਮਾਇਆ ਪਾਉਣੀ ਹੋਵੇਗੀ। ਅੱਗੇ ਵੀ ਤੁਹਾਨੂੰ ਕਈ ਵਾਰ ਆਖ ਚੁੱਕੇ ਹਾਂ, ਪਰ ਤੁਸੀਂ ਨਹੀਂ ਮੰਨਦੇ। ਤੁਹਾਡੀ ਰਜਾ ਹੈ। ਫੇਰ ਪੁੱਛਿਆ, ਹੁਣ ਕਿਹੜੇ ਪਾਸੇ ਜਾਓਗੇ? ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ, ਮਹਾਰਾਜ, ਮਾਝੇ ਵੱਲ ਜਾਵਾਂਗੇ। ਅੱਛਾ, ਸੁੱਧ ਹੈ ਦਾ ਬਚਨ ਕੀਤਾ। ਬਾਬਾ ਆਨੰਦ ਸਿੰਘ ਜੀ ਮਾਝੇ ਵੱਲ ਚਲੇ ਗਏ। ਪਿੱਛੋਂ ਜਿਹੜਾ ਬਚਨ ਕੀਤਾ, ਚਾਰਜ ਸੰਭਾਲ ਲਵੋ। ਇਸ ਦੀ ਬਾਬਤ ਪ੍ਰਤੱਖ ਤੌਰ 'ਤੇ ਕੁਝ ਪਤਾ ਨਹੀਂ ਲੱਗਾ। ਕੋਈ ਗੁਪਤ ਰਮਜ ਹੀ ਸੀ ਜਿਸ ਨੂੰ ਦੋਵੇਂ ਬਾਬਾ ਜੀ ਜਾਣਨ। ਮੈਂ ਕੁਝ ਨਹੀਂ ਕਹਿ ਸਕਦਾ। ਇਸ ਤੋਂ ਉਪਰੰਤ ਪੰਡਤ ਸ੍ਰੀ ਰਾਮ ਸਿੰਘ ਜੀ ਨੂੰ ਮਲੂਕੇ ਤੋਂ ਸੱਦਿਆ। ਇਕੱਲਿਆਂ ਨਾਲ ਕੋਈ ਬਚਨ ਕੀਤਾ ਜਾਂ ਨਹੀਂ, ਪਰ ਸੱਦ ਕੇ ਬਚਨ ਕੀਤਾ, ਸ਼ੁੱਧ ਹੈ, ਤੂੰ ਮੁੜ ਜਾ। ਇਸ ਤੋਂ ਉਪਰੰਤ ਜੋ ਸੇਵਕ
ਇੱਥੇ ਸਨ। ਸਭ ਨਾਲ ਖੁੱਲੇ ਡੁੱਲੇ ਬਚਨ ਕਰਨੇ, ਕਦੇ ਕਹਿਣਾ ਕਰ ਲਵੋ ਸੇਵਾ, ਇਹ ਮੌਕਾ ਫੇਰ ਹੱਥ ਨਹੀਂ ਆਉਣਾ। ਭਾਈ ਰਤਨ ਸਿੰਘ ਡਰੋਲੀ ਨੂੰ ਕਹਿਣਾ ਸੁਣਾ ਲੈ ਪਾਠ ਰੱਜ ਕੇ, ਕਈ ਕਈ ਘੰਟੇ, ਕਦੇ ਸੁਖਮਣੀ ਸਾਹਿਬ, ਕਦੇ ਜਪਜੀ ਸਾਹਿਬ ਦੇ ਪਾਠ, ਸਾਰਾ ਸਾਰਾ ਦਿਨ ਸੁਣਦੇ ਰਹਿਣਾ। ਕਦੇ ਬਚਨ ਕਰਨਾ ਕਰ ਲੈ ਦਰਸ਼ਨ ਰੱਜ ਕੇ, ਫੇਰ ਸਮਾਂ ਨਹੀਂ ਮਿਲਣਾ ਤੇ ਕਹਿਣਾ ਜਾਗ ਜਾਗ ਮਨ ਪਿਆਰੇ, ਵੱਜੇ ਕੂਚ ਦੇ ਨਗਾਰੇ, ਤੈਨੂੰ ਵੇਦ ਵੀ ਪੁਕਾਰੇ, ਰਾਹ ਦੱਸਦੇ ਨੇ ਦੂਰ ਦਾ। ਐਸੇ ਵੈਰਾਗ ਭਰੇ ਬਚਨ ਆਪਣੇ ਆਪ ਹੀ ਕਰਦੇ ਰਹਿਣਾ। ਇੱਕ ਦਿਨ ਹਜੂਰ ਨੇ ਬਚਨ ਕੀਤਾ, ਬਾਲਿਆ ਤਿਆਰੀ ਕਰੋ ਦੁੱਧ ਛਕੀਏ। ਸੰਤ ਨਰੈਣ ਸਿੰਘ ਜੀ ਨੇ ਆਸਣ ਵਿਛਾ ਕੇ ਸਾਰੀ ਤਿਆਰੀ ਕਰਕੇ ਬੇਨਤੀ ਕੀਤੀ, ਮਹਾਰਾਜ ਸਭ ਤਿਆਰੀ ਹੈ, ਦੁੱਧ ਛਕੋ। ਹਜੂਰ ਨੇ ਬਚਨ ਕੀਤਾ ਸ਼ੁੱਧ ਹੈ ਤੇ ਆਪਣੇ ਆਸਣ ਤੋਂ ਉੱਠੇ ਅਤੇ ਦੁੱਧ ਛਕਣ ਵਾਲੇ ਆਸਣ ਦੇ ਨੇੜੇ ਆਏ ਹੀ ਸਨ। ਅਚਾਨਕ ਡਿੱਗ ਪਏ ਤੇ ਆਪ ਹੀ ਉੱਠ ਖਲੋਤੇ। ਫਿਰ ਬਚਨ ਕੀਤਾ ਅੱਛਾ ਅੱਜ ਤੂੰ ਦੁੱਧ ਵੀ ਨਹੀਂ ਛਕਣ ਦਿੰਦਾ, ਤੇਰੀ ਮਰਜ਼ੀ ਹੈ, ਫਿਰ ਆ ਜਾਂਦੇ ਹਾਂ। ਕੌਣ ਤੈਨੂੰ ਅੱਗੇ ਬੁਲਾ ਰਿਹਾ ਹੈ, ਕਿਸ ਨੂੰ ਤੂੰ ਆਖੇ ਤੇਰੀ ਮਰਜ਼ੀ ਹੈ, ਸਭ ਤੇਰੇ ਚੋਜ ਹਨ, ਅਸੀਂ ਕੀ ਜਾਣੀਏ। ਮੇਰੇ ਸਾਹਿਬ ਤੇਰੇ ਚੋਜ ਵਿਡਾਣਾ। ਜਦੋਂ ਹਜੂਰ ਡਿੱਗੇ ਸਨ, ਇੱਕ ਮੋਢੇ ਉੱਤੇ ਨਿਸ਼ਾਨ ਪੈ ਗਿਆ ਸੀ। ਫਿਰ ਬਚਨ ਕੀਤਾ ਬਾਲਿਆ ਸਾਰਾ ਸਮਾਨ ਚੁੱਕ ਦੇ, ਜੇ ਇਸ ਦੀ ਮਰਜ਼ੀ ਦੁੱਧ ਛਕਣ ਦੇਣ ਦੀ ਨਹੀਂ ਤਾਂ ਸ਼ੁੱਧ ਹੈ। ਜੋ ਤੂੰ ਕਰੇ ਕਰਾਵੇਂ ਸੁਆਮੀ, ਸਾ ਮਸਲਤ ਪਰਵਾਨ। ਮੁੜ ਕੇ ਫਿਰ ਜਿੱਥੋਂ ਉੱਠੇ ਸਨ ਉਸੇ ਆਸਣ 'ਤੇ ਬਿਰਾਜ ਗਏ। ਕਦੇ ਕਦੇ ਆਪਣੀ ਰਜਾ ਵਿੱਚ ਕੋਈ ਬਚਨ ਕਰਨਾ, ਨਹੀਂ ਤਾਂ ਆਨੰਦ ਰਹਿਣਾ। ਫਿਰ ਕੁਝ ਸਮਾਂ ਇਸ ਤਰ੍ਹਾਂ ਹੋਰ ਬੀਤਿਆ। ਫਿਰ ਇੱਕ ਦਿਨ ਹੁਕਮ ਕੀਤਾ ਬਾਲਿਆ ਡਰੋਲੀ ਵਾਲੇ ਦੋਵਾਂ ਜੀਆਂ ਨੂੰ ਹਾਜ਼ਰ ਕਰੋ। ਹੁਕਮ ਉਪਰੰਤ ਭਾਈ ਰਤਨ ਸਿੰਘ ਡਰੋਲੀ ਤੇ ਜੈ ਕੌਰ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਡਰੋਲੀ ਵਾਲੇ ਦੋਵੇਂ ਜੀ ਹਾਜ਼ਰ ਹਾਂ। ਉਸ ਵਕਤ ਹਜੂਰ ਨੇ ਬਚਨ ਕੀਤਾ ਹੁਣ ਸਮਾਂ ਨੇੜੇ ਹੈ, ਤੁਸੀਂ ਸਮਾਂ ਆਏ ਤੋਂ ਜਿੱਥੇ ਮਹਾਂਪੁਰਖ ਹੋਣ ਉੱਥੇ ਹੀ ਪਹੁੰਚ ਜਾਣਾ। ਦੋਹਾਂ ਨੇ ਸਤ ਬਚਨ ਕੀਤਾ। ਬਾਬਾ ਜੀ ਨੇ ਬਚਨ ਕੀਤਾ ਸ਼ੁੱਧ ਹੈ, ਜਾਓ ਸੇਵਾ ਕਰੋ। ਫਿਰ ਸੰਤ ਨਰੈਣ ਸਿੰਘ ਜੀ ਨੂੰ ਸੰਬੋਧਨ ਕਰਕੇ ਬਚਨ ਕੀਤਾ ਬਾਲਿਆ ਤਕੜਾ ਹੋ ਕੇ ਸੇਵਾ ਕਰੀ, ਜੋ ਕੁਛ ਕਰਨਾ ਹੈ ਅਸੀਂ ਆਪੇ ਕਰ ਕਰਾਈ ਜਾਵਾਂਗੇ। ਸੰਤ ਨਰੈਣ ਸਿੰਘ ਜੀ ਨੇ ਭਰੇ ਮਨ ਨਾਲ ਸਤ ਬਚਨ ਕੀਤਾ। ਪ੍ਰਤੱਖ ਕੌਤਕ ਵਿਖਾਉਣ ਵਾਲਾ ਮਾਲਕ ਅੱਖਾਂ ਤੋਂ ਓਲੇ, ਸੇਵਕ ਹੈਰਾਨ ਸਨ ਇਹ ਹੋ ਕੀ ਰਿਹਾ ਹੈ। ਕੋਈ ਕਹਿ ਨਹੀਂ ਸੀ ਸਕਦਾ, ਸੇਵਕ ਸੇਵਕ ਹੀ ਹੈ, ਮਾਲਕ ਅੰਤ ਨੂੰ ਮਾਲਕ ਹੀ ਹੈ, ਕੋਈ ਕੁਝ ਕਰ ਨਹੀਂ ਸੀ ਸਕਦਾ। ਸੇਵਕ ਦਾ ਤਾਂ ਇਉਂ ਹੀ ਕਹਿਣਾ ਬਣਦਾ ਹੈ, ਗੁਰਵਾਕ ਹੈ। ਹਮ ਚੇਰੀ
तू अगम गुसाई, क्या हम करहें तेरे वस पईਆਂ। ਇੱਕ ਪਾਸੇ ਤਾਂ ਬਾਬਾ ਆਨੰਦ ਸਿੰਘ ਜੀ ਨੂੰ ਬਚਨ ਕਰ ਚੁੱਕੇ ਹਨ, ਮਹਾਂਪੁਰਖੋ ਤੁਸੀਂ ਸਾਨੂੰ ਜਾਣ ਨਹੀਂ ਦਿੰਦੇ, ਸਾਨੂੰ ਤੁਹਾਡੇ ਉੱਤੇ ਮਾਇਆ ਪਾਉਣੀ ਪਵੇਗੀ। ਦੂਜੇ ਪਾਸੇ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਨੂੰ ਬਚਨ ਸੀ, ਜਿੰਨੀ ਦੇਰ ਸਾਨੂੰ ਪੇਠੇ ਦਾ ਪ੍ਰਸ਼ਾਦ ਤੇ ਬਰਫੀ ਬਣਾ ਕੇ ਮਲੂਕੇ ਤੋਂ ਭੁੱਚੋ ਭੇਜੇਗਾ, ਅਸੀਂ ਨਹੀਂ ਜਾਂਦੇ। ਇਸ ਸੇਵਾ ਨੂੰ ਹਾਕਮ ਸਿੰਘ ਗਿੱਲ ਅਤੇ ਗੁਰਮੁਖ ਸਿੰਘ ਦੋਨੋਂ ਵਾਰੀ-ਵਾਰੀ ਨੇਮ ਨਾਲ ਨਿਭਾਉਂਦੇ ਰਹੇ, ਪਰੰਤੂ ਇਸ ਸਮੇਂ ਪੰਡਤ ਸ੍ਰੀ ਰਾਮ ਜੀ ਵੀ ਬਿਮਾਰ ਹੋ ਗਏ। ਜਿਸ ਪੇਠੇ ਦਾ ਪ੍ਰਸ਼ਾਦ ਬਣਦਾ ਸੀ, ਉਹ ਪੇਠਾ ਆਗਰੇ ਤੋਂ ਵੀ ਨਾ ਮਿਲਿਆ। ਪੇਠੇ ਦਾ ਪ੍ਰਸ਼ਾਦ ਵੀ ਬੰਦ ਤੇ ਬਰਫੀ ਵੀ ਬੰਦ ਹੋ ਗਈ। ਦਰਗਾਹ ਨੂੰ ਜਾਣਾ ਸੀ, ਤੈਨੂੰ ਕੌਣ ਰੋਕੇ, ਤੂੰ ਸਭ ਨੂੰ ਆਪਣੀ ਦਿੱਤੀ ਹੋਈ ਸੇਵਾ ਤੋਂ ਆਪ ਹੀ ਰੋਕ ਦਿੱਤਾ। ਆਪ ਉਪਾਵਨ ਆਪ ਸਦਰਨਾ, ਆਪ ਕਰਾਵਣ ਦੋਸ਼ ਨ ਲੈਣਾ। ਆਪਨ ਬਚਨ ਆਪ ਹੀ ਕਰਨਾ, ਆਪਨ ਵਿਭਉ ਆਪ ਹੀ ਜਰਨਾ। ਰਹਾਉ ਆਪ ਹੀ ਮਸਟ ਆਪ ਹੀ ਬੁਲਣਾ, ਆਪ ਹੀ ਅਛਲ ਨ ਜਾਈ ਛਲਣਾ। ਆਪ ਹੀ ਗੁਪਤ ਆਪ ਪ੍ਰਗਟਨਾ, ਆਪ ਹੀ ਘਟ ਘਟ ਆਪ ਅਲਿਪਨਾ। ਆਪੇ ਅਵਿਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ब्रह्म ज्ञानी को खोजे महेश्वर, नानक ब्रह्म ज्ञानी आप परमेश्वर। ਪੰਡਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲੇ ਲਗਾਤਾਰ 3 ਸਾਲ ਪੇਠੇ ਦਾ ਪ੍ਰਸ਼ਾਦ ਅਤੇ ਬਰਫੀ ਰੋਜ਼ਾਨਾ ਬਣਾ ਕੇ ਭੇਜਦੇ ਰਹੇ। ਅੰਤ ਸਮੇਂ ਦੇ ਵੇਲੇ ਤੱਕ ਇਹ ਨਿਯਮ ਜਿਤਨਾ ਸਮਾਂ ਆਪ ਪੂਰਾ ਕਰਾਇਆ ਤਾਂ ਪੂਰਾ ਹੋਇਆ। ਜਦੋਂ ਚਾਹਿਆ ਸੇਵਾ ਦਾ ਨਿਯਮ ਪੂਰਾ ਨਾ ਹੋ ਸਕਿਆ। ਜਿਉਂ ਆਪ ਤਿਉਂ ਚੱਲਦੇ ਕਿਸ ਵਸ ਨ ਜਨਤਾ। ਹੋਰ ਗੁਰਵਾਕ ਹੈ ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ। हम जंत विचारे क्या करें, सब खेल तुम स्वामी। जन नानक हाट विहाजिया, हर गुलम गुलामी। एक दिन बचन कीता इशनान करिए। इशनान करन वास्ते कई घंटे इशनान ही करते रहंदे सन। एक सेवादार ने कोल खड़ के जपजी साहिब का पाठ करते रहना। इशनान करन समय बचन कीता, सारे माई भाई मिल के इशनान कराओ। रतन सिंह डरौली नूं हुक्म कीता, तू अज जपजी साहिब दे पाठ सुना लै। हुक्म अनुसार पाठ सुनाए। अखीर ते बचन कीता, लो भई अज इशनान हो गया, बस हुण नहीं करना अगे नूं। यह भी एक रमज सी। इस रात नूं शाही लिबास पहनिया बड़े प्रसन्न नज़र आ रहे सन। प्रसन्नता वाले ही बचन कीते। रोग शोक दुख दूर करन वालियां नूं वास्तक विच रोग नहीं हुंदा। जन्म मरण इस पीड़ा नाही,
ਦੇ ਵਾਕ ਅਨੁਸਾਰ ਸਭ ਕੁਝ ਹੋ ਰਿਹਾ ਸੀ। ਜੇ ਸਰੀਰ ਨੂੰ ਦੁੱਖ ਕਰ ਵੀ ਲੈਣ, ਉਹਨਾਂ ਵਾਸਤੇ ਕੋਈ ਬੰਦਸ਼ ਨਹੀਂ, ਉਹ ਕਾਰਕ ਲੋਕ ਹਨ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਅਰਸ਼ੀ ਦਾਤਾ ਕਦੇ ਅਵਤਾਰ ਰੂਪ ਹੋ ਕੇ ਜਗਤ ਵਿੱਚ ਆਇਆ, ਕਦੇ ਗੁਰੂ ਰੂਪ ਹੋ ਕੇ ਸੰਸਾਰ ਵਿੱਚ ਆਇਆ। 10 ਜਾਮੇ ਧਾਰਨ ਕੀਤੇ, ਕਿਸੇ ਵਕਤ ਸੰਤ ਰੂਪ ਹੋ ਕੇ ਸੰਸਾਰ ਵਿੱਚ ਆਇਆ। ਜਗਤ ਜਲੰਦੇ ਨੂੰ ਠਾਰ ਪਾਈ, ਭਲਾ ਕੀਤਾ ਕਦੇ ਕਿਵੇਂ ਤੇ ਕਦੇ ਕਿਵੇਂ। ਪਰੰਤੂ ਸੰਸਾਰ ਉਸ ਸਮੇਂ ਇਹਨਾਂ ਵੱਲੋਂ ਬੇਖਬਰ ਹੀ ਰਿਹਾ। ਸੰਤ ਰੂਪ ਹੋ ਕੇ ਫਰਸ਼ ਤੇ ਆਇਆ, ਜੀਵਨ ਦੇ ਕੇ ਜਗਤ ਜਲੰਦੇ ਨੂੰ ਠੰਡ ਪਾ ਕੇ ਫਰਸ਼ ਤੋਂ ਅਰਸ਼ ਨੂੰ ਜਾਣ ਦੀ ਤਿਆਰੀ ਵਿੱਚ ਹੈ। ਫਰਸ਼ ਵੀ ਉਸ ਦਾ ਘਰ ਹੈ ਤੇ ਅਰਸ਼ ਵੀ ਉਸ ਦਾ ਘਰ ਹੈ। ਸਭਨੀ ਥਾਈ ਰਵਿਆ ਆਪ, ਆਦ ਜੁਗਾਦ ਜਾ ਕਾ ਵੱਡ ਪ੍ਰਤਾਪ। ਚਿਹਰੇ ਤੇ ਅਨੋਖਾ ਜਲਾਲ ਹੈ, ਬਚਨਾਂ ਵਿੱਚ ਅਗੰਮੀ ਸਵਾਦ ਹੈ। ਸੰਤ ਕਹਿਣ ਮਾਤਰ ਹੀ ਸੰਤ ਹੈ। ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਸਭਨਾਂ ਨੂੰ ਰੱਬੀ ਕੌਤਕ ਵਿਖਾਏ, ਸਭਨਾਂ ਨੂੰ ਪਰਮਾਰਥ ਦੀਆਂ ਮੰਜ਼ਲਾਂ ਉੱਤੇ ਪਹੁੰਚਾਇਆ। ਰਹਿਣੀ ਬਹਿਣੀ ਸਾਦੀ, ਸਭ ਕੁਝ ਕਰਕੇ ਸਭ ਕੁਝ ਦਿਖਾ ਕੇ ਆਪ ਫਿਰ ਵੀ ਗੁਪਤ ਰਹੇ। ਅੰਤ ਸਮੇਂ ਬਾਬਾ ਆਨੰਦ ਸਿੰਘ ਜੀ ਨੂੰ ਵੀ ਬਚਨ ਕਰ ਦਿੱਤੇ, ਮਹਾਂਪੁਰਖੋ ਸਾਨੂੰ ਤੁਹਾਡੇ ਉੱਤੇ ਮਾਇਆ ਪਾਉਣੀ ਪਵੇਗੀ। ਜਿਸ ਨਗਰ ਵਿੱਚ ਰਹੇ ਕਾਰਜ ਸਭ ਦੇ ਕੀਤੇ, ਪਰ ਗੁਪਤ ਰਹੇ। ਰਹਿਣ ਵਾਸਤੇ ਇਲਾਕਾ ਵੀ ਐਸਾ ਚੁਣਿਆ, ਲੋਕ ਸਿੱਧੇ ਸਾਦੇ ਅਤੇ ਭੋਲੇ ਭਾਲੇ। ਕਈ ਗੱਲਾਂ ਅਣਜਾਣਾ ਵਾਂਗ ਕਹਿ ਜਾਣੀਆਂ। ਕੋਈ ਭਵਿੱਖਤ ਬਚਨ ਕਰਨਾ ਤਾਂ ਕਿਸੇ ਨਗਰ ਨਿਵਾਸੀ ਨੇ ਸੁਣਨਾ ਤੇ ਕਹਿਣਾ, ਬਾਬਾ ਇਹ ਤਾਂ ਗੱਲ ਹੈ, ਇਹ ਨਹੀਂ ਹੋ ਸਕਦਾ। ਅੱਜ ਬਚਨ ਸੱਚੇ ਹੋ ਰਹੇ ਹਨ, ਸਭ ਵੇਖ ਰਹੇ ਹਨ। ਰਾਮ ਕਿਸੇ ਵੀ ਰੂਪ ਵਿੱਚ ਆਇਆ, ਪਰੰਤੂ ਸਿਆਣਿਆ ਕਿਸੇ ਵਿਰਲੇ ਨੇ ਹੀ। ਰਵਿਦਾਸ ਭਣੈ ਜੋ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਸੇਵਕ ਜਨੋ ਭਾਗਾਂ ਵਾਲਿਓ, ਅੱਜ ਰਾਮ ਨੇ ਜਿਸ ਰੂਪ ਨੂੰ ਧਾਰਨ ਕਰਕੇ ਤੁਹਾਨੂੰ ਦਰਸ਼ਨ ਦਿੱਤੇ, ਧਰਤੀ ਨੂੰ ਭਾਗ ਲਾਏ, ਨਾਮ ਜਪਾਇਆ, ਬਾਣੀ ਦਾ ਇੱਕ ਇੱਕ ਅੱਖਰ ਸੱਚ ਕਰਕੇ ਦਿਖਾਇਆ। ਜਿਨ੍ਹਾਂ ਨੇ ਬਚਨ ਮੰਨ ਕੇ ਨਿਤਨੇਮ ਕੀਤਾ, ਗੁਰੂ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਨਿਸਤਾਰੇ ਕਰਨ ਵਾਲਾ ਆਪ, ਸੰਤ ਅਨੰਤ ਹੈ ਅੰਤਰ ਨਾਹੀ। ਉਹ ਆਪਣਾ ਸੰਤ ਸਰੂਪ ਵੀ ਅੱਖਾਂ ਤੋਂ ਓਹਲੇ ਕਰ ਰਿਹਾ ਹੈ। ਕਦੇ ਸਰੀਰ ਧਾਰਨ ਕਰਕੇ ਸਭ ਕੁਝ ਕਰਾਇਆ ਤੇ ਵੇਖਿਆ। ਉਹ ਰਾਮ ਅੱਜ ਤੋਂ ਸਰੀਰ ਅਲੋਪ ਕਰਕੇ ਸਭ ਕੁਝ ਕਰੇਗਾ ਕਰਾਏਗਾ, ਫਿਰ ਵੇਖ ਕੇ ਵਿਗਸੇਗਾ। ਸ਼ਾਮ ਦਾ ਲੰਗਰ ਪੱਕ ਕੇ ਆਇਆ,
ਸਾਰੀ ਮਰਿਆਦਾ ਜਿਸ ਤਰ੍ਹਾਂ ਅੱਗੇ ਕਰਦੇ ਸਨ ਕਰਾਈ। ਅੱਜ ਰਹਿਰਾਸ ਦਾ ਪਾਠ ਸੁਣਿਆ, ਅਰਦਾਸ ਹੋਈ। ਸ਼ਾਮ ਨੂੰ ਅੱਗੇ ਤਾਂ ਸੰਗਤ ਨੂੰ ਥਾਂ ਥਾਈਂ ਜਾ ਕੇ ਆਰਾਮ ਕਰਨ ਦਾ ਹੁਕਮ ਹੁੰਦਾ ਸੀ, ਪਰੰਤੂ ਅੱਜ ਕੁਝ ਨਹੀਂ ਬੋਲੇ। ਤਕਰੀਬਨ 8 ਵਜੇ ਸ਼ਾਮ ਹੋਈ। ਬਚਨ ਕੀਤਾ, ਬਾਲਿਆ ਸਾਡੇ ਚਰਨ ਘੁੱਟਦੇ। ਸੰਤ ਨਰੈਣ ਸਿੰਘ ਜੀ ਸੇਵਾ ਕਰਨ ਲੱਗ ਪਏ। ਸੰਤ ਨਰੈਣ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਤਾਂ ਸਰੀਰ ਤਪ ਰਿਹਾ ਹੈ, ਜਿਵੇਂ ਤਾਪ ਚੜਿਆ ਹੋਵੇ। ਅੱਗੋਂ ਬਚਨ ਕੀਤਾ, ਸ਼ੁੱਧ ਹੈ। ਇਸ ਸਮੇਂ ਮਾਈ ਖੇਮ ਕੌਰ ਜੰਡਾਂ ਵਾਲੀ ਹਜ਼ੂਰੀ ਵਿੱਚ ਸੀ। ਉਸਨੇ ਬੇਨਤੀ ਕੀਤੀ, ਮਹਾਰਾਜ ਸੁੱਖ ਤਾਂ ਹੈ। ਅੱਗੋਂ ਬਚਨ ਕੀਤਾ, ਖੇਮੀਏ ਅਸੀਂ ਸਰੀਰ ਛੱਡਣ ਲੱਗੇ ਹਾਂ। ਖੇਮ ਕੌਰ ਨੇ ਰੋ ਕੇ ਬੇਨਤੀ ਕੀਤੀ, ਜੀ ਸਾਡਾ ਕੌਣ ਹੈ? ਅਸੀਂ ਕਿਸ ਦਾ ਦਰਸ਼ਨ ਕਰਾਂਗੇ? ਜੇ ਤੂੰ ਮਿੱਤਰ ਅਛਾੜੜਾ, ਹਿਕ ਭੋਰੀ ਨਾ ਵੇ ਛੋੜ। ਜੀਉ ਮਹਿਜਾ ਤੋ ਮੋਹਿਆ, ਕਦ ਪਸੀ ਜਾਨੀ ਤੋਹੇ। ਤਾਂ ਬਚਨ ਕੀਤਾ, ਖੇਮੀਏ ਜੋ ਨਿਤਨੇਮ ਕਰਦੀ ਹੈ ਕਰੀ ਜਾਈ, ਤੈਨੂੰ ਬੈਠੇ ਹੀ ਦਿਸਿਆ ਕਰਾਂਗੇ। ਇਹ ਬਚਨ ਮਾਈ ਖੇਮ ਕੌਰ ਦੀ ਲੜਕੀ ਬੀਬੀ ਸ਼ਾਮ ਕੌਰ ਨੇ ਦੱਸੇ, ਜੋ ਉਸ ਸਮੇਂ ਕੋਲ ਹੀ ਸੀ। ਜੋਤ ਵਿੱਚ ਜੋਤ ਮਿਲ ਗਈ, ਭਾਣਾ ਵਰਤਾ ਗਏ। ਸੇਵਕਾਂ ਦੇ ਨੇਤਰ ਭਰ ਭਰ ਕੇ ਡੁੱਲ ਰਹੇ ਸਨ। ਕਿਸੇ ਨੂੰ ਕੁਝ ਨਹੀਂ ਸੀ ਸੁੱਝਦਾ। ਇਸ ਤੋਂ ਬਿਨਾਂ ਨਾ ਕੋਈ ਕੁਝ ਕਰ ਸਕਦਾ ਸੀ, ਨਾ ਕੁਝ ਕਰਨ ਜੋਗਾ ਹੀ ਸੀ। ਪੋਵਦੀ 7 ਸੰਨ 1927। ਸੰਸਾਰ ਵਿੱਚ ਵੀ ਹਨੇਰਾ। ਬਾਬਾ ਜੀ ਸਰੀਰ ਤਿਆਗ ਗਏ। ਅੰਧੇਰੇ ਗਹੋ ਨਾ ਕੋਈ। ਦਿਨ ਚੜਿਆ। ਠੀਕ ਇਸ ਸਮੇਂ ਮਾਝੇ ਤੋਂ ਸਰਦਾਰ ਖੁਸ਼ਹਾਲ ਸਿੰਘ ਕਿਸੇ ਕੰਮ ਇਸ ਇਲਾਕੇ ਵਿੱਚ ਆਇਆ ਸੀ। ਸੋਚਿਆ ਪੁੱਛੋ ਦਰਸ਼ਨ ਕਰ ਆਵਾਂ। ਆ ਕੇ ਵੇਖਿਆ ਸੁਣਿਆ ਕਿ ਬਾਬਾ ਜੀ ਸਰੀਰ ਤਿਆਗ ਗਏ ਹਨ। ਹੈਰਾਨ ਪਰੇਸ਼ਾਨ ਹੋ ਗਿਆ। ਇੱਥੇ ਸੇਵਕਾਂ ਅਤੇ ਸੰਗਤ ਨਾਲ ਸਲਾਹ ਕਰਕੇ ਕਿ ਬਾਬਾ ਆਨੰਦ ਸਿੰਘ ਜੀ ਨੂੰ ਮਾਝੇ ਜਵਾਬੀ ਤਾਰ ਪਾ ਦਿੱਤੀ। ਪਹੁੰਚਣ ਸਾਰ ਹੀ ਬਾਬਾ ਆਨੰਦ ਸਿੰਘ ਜੀ ਨੇ ਉੱਤਰ ਭੇਜ ਦਿੱਤਾ ਕਿ ਅਸੀਂ ਆ ਰਹੇ ਹਾਂ। ਇੱਧਰ ਸੰਗੀ ਸੇਵਕ ਸੰਤ ਬਹਾਲ ਦਾਸ ਜੀ, ਜੱਸੀ ਪੌਂ ਵਾਲੀ ਤੇ ਪੰਡਤ ਸ੍ਰੀ ਰਾਮ ਸਿੰਘ ਜੀ ਮਲੂਕੇ ਤੋਂ ਪਹੁੰਚ ਗਏ। ਨਗਰ ਨਿਵਾਸੀ ਸੰਗਤ ਵੀ ਹੌਲੀ ਹੌਲੀ ਆ ਰਹੇ ਸਨ। ਸੇਮੇ ਤੋਂ ਪ੍ਰੇਮੀ ਵੀ ਕੁਝ ਪਹੁੰਚ ਗਏ। ਲਹਿਰੇ ਖਾਨੇ ਤੋਂ ਸੰਤ ਵਧਾਵਾ ਸਿੰਘ ਜੀ ਤੇ ਪੰਡਤ ਕ੍ਰਿਸ਼ਨ ਸਿੰਘ ਜੀ ਦੱਸਦੇ ਹਨ, ਕਈਆਂ ਪ੍ਰੇਮੀਆਂ ਨੇ ਪੱਕੀ ਮਨ ਵਿੱਚ ਧਾਰੀ ਸੀ, ਕਲੇਰਾਂ ਵਾਲੇ ਜੋ ਕਹਿਣਗੇ ਉਹਨਾਂ ਦੇ ਆਇਆਂ ਤੋਂ ਕਰਾਂਗੇ। ਬਚਨ ਤਾਂ ਸੀ, ਮਹਾਂਪੁਰਖੋ ਤੁਹਾਡੇ ਉੱਤੇ ਮਾਇਆ ਪਾ ਕੇ ਜਾਵਾਂਗੇ। ਉਹ ਮਾਇਆ ਭੁਲੇਖਾ। ਐਸਾ ਮਨ ਭਰ ਗਿਆ। ਸੇਮੇ ਨਗਰ ਦੇ ਲੋਕ ਕਹਿਣ ਲੱਗੇ, ਅਸੀਂ ਰੂਮੀ ਲੈ ਜਾ ਕੇ ਸੰਸਕਾਰ ਕਰਾਂਗੇ। ਭੁੱਚੋ ਨਗਰ ਦੀ ਸੰਗਤ ਨੇ ਕਿਹਾ, ਸੇਮੇ ਵਾਲਿਓ ਉਹ ਵੇਲਾ ਯਾਦ ਕਰੋ ਜਦੋਂ ਤੁਸੀਂ ਖਿੱਚ ਕੇ ਖੂਹ ਤੋਂ ਬਾਹਰ ਸੁੱਟ ਆਏ ਸੀ। ਇਹਨਾਂ ਗੱਲਾਂ ਨੂੰ ਲੈ ਕੇ
ਤਕਰਾਰ ਹੁੰਦਾ ਰਿਹਾ। ਇਸੇ ਸਮੇਂ ਦੌਰਾਨ ਇਸ਼ਨਾਨ ਕਰਾ ਕੇ ਬਾਬਾ ਜੀ ਦਾ ਪਾਵਨ ਸਰੀਰ ਜਿਸ ਪਾਸੇ ਅੰਮ੍ਰਿਤ ਵਾਲੀ ਕੋਠੜੀ ਹੈ ਉੱਥੇ ਪਲੰਘ ਵਿਛਾ ਕੇ ਟਿਕਾ ਦਿੱਤਾ ਗਿਆ। ਬਹੁਤ ਰੌਲਾ ਸੁਣ ਕੇ ਕੱਚੀ ਭੁੱਚੋ ਵਾਲੇ ਭਾਈ ਕੇ ਸਰਦਾਰ ਵੀ ਪਹੁੰਚ ਗਏ, ਪਰੰਤੂ ਮਾਲਕਾਂ ਦੀ ਤਾਂ ਰਜਾ ਹੀ ਹੋਰ ਕੁਝ ਸੀ। ਬੰਦਾ ਕੀ ਕਰ ਸਕਦਾ ਹੈ। ਸਰਦਾਰ ਖੁਸ਼ਹਾਲ ਸਿੰਘ ਨੇ ਬਾਬਾ ਆਨੰਦ ਸਿੰਘ ਜੀ ਨੂੰ ਜਵਾਬੀ ਤਾਰ ਪਾ ਦਿੱਤੀ ਸੀ। ਉੱਤਰ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਵਚਨ ਕੀਤਾ ਸੀ ਕਿ ਪਹੁੰਚ ਰਹੇ ਹਾਂ, ਫਿਕਰ ਨਾ ਕਰੋ, ਅਤੇ ਜਲਦੀ ਹੀ ਮਾਝੇ ਤੋਂ ਸੰਗਤ ਲੈ ਕੇ ਇੱਕ ਬੱਸ ਭਰ ਕੇ ਬਾਬਾ ਆਨੰਦ ਸਿੰਘ ਜੀ ਭੁੱਚੋ ਨੂੰ ਚੱਲ ਪਏ। ਰਜਾ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ ਹੋ ਰਿਹਾ ਸੀ। ਇੱਧਰ ਭੁੱਚੋ ਵਿੱਚ ਸੇਵਕ ਬੈਰਾਗਵਾਨ ਹੋਏ। ਇੱਕ ਪਾਸੇ ਸੰਸਕਾਰ ਕਰਨ ਸੰਬੰਧੀ ਰੌਲਾ, ਇੱਕ ਪਾਸੇ ਬਾਬਾ ਆਨੰਦ ਸਿੰਘ ਜੀ ਦੀ ਉਡੀਕ ਹੋ ਰਹੀ ਸੀ। ਦਿਨ ਢਲਦਾ ਜਾ ਰਿਹਾ ਸੀ। ਨਿਰੰਕਾਰ ਦੀ ਮਾਇਆ ਐਸੀ ਵਰਤੀ, ਰਸਤੇ ਵਿੱਚ ਬਾਬਾ ਆਨੰਦ ਸਿੰਘ ਜੀ ਵਾਲੀ ਬੱਸ ਖਰਾਬ ਹੋ ਗਈ, ਮੌਕੇ ਤੇ ਪਹੁੰਚ ਨਾ ਸਕੇ। ਇੱਧਰ ਪੰਡਤ ਕਿਸ਼ਨ ਸਿੰਘ ਲਹਿਰੇ ਖਾਨੇ ਵਾਲਾ ਛੇਤੀ ਸੰਸਕਾਰ ਕਰਨ ਵਾਸਤੇ ਜ਼ੋਰ ਦੇ ਰਿਹਾ ਸੀ। ਅਚਾਨਕ ਹੀ ਮਾਈ ਖੇਮਕੌਰ ਜੰਡਾਂ ਵਾਲੀ ਤੇ ਜੈਕੌਰ ਡਰੋਲੀ ਵਾਲੀਆਂ ਨੇ ਦੇਖਿਆ ਕਿ ਬਾਬਾ ਜੀ ਦੇ ਮਸਤਕ ਉੱਤੇ ਇਸ ਤਰ੍ਹਾਂ ਮਾਲੂਮ ਹੋਇਆ ਜਿਵੇਂ ਪਸੀਨੇ ਦੀਆਂ ਬੂੰਦਾਂ ਆਈਆਂ ਹੋਣ। ਪੰਡਤ ਕਿਸ਼ਨ ਸਿੰਘ ਜਿਹੜਾ ਸੰਸਕਾਰ ਕਰਨ ਲਈ ਜ਼ੋਰ ਦੇ ਰਿਹਾ ਸੀ, ਆਖਦਾ ਸੀ ਸਰੀਰ ਖਰਾਬ ਹੋ ਜਾਵੇਗਾ। ਉਸ ਨੂੰ ਵਿਖਾ ਕੇ ਦੱਸਿਆ, ਪੰਡਤ ਜੀ ਵੇਖੋ ਮੱਥੇ ਉੱਤੇ ਮੁੜਕਾ ਆਇਆ ਹੋਇਆ ਹੈ, ਤੂੰ ਕੀ ਸਮਝਦਾ ਹੈ ਕਿ ਸਰੀਰ ਖਰਾਬ ਹੋ ਜਾਵੇਗਾ। ਪੰਡਤ ਕਿਸ਼ਨ ਸਿੰਘ ਨੇ ਹੱਥ ਨਾਲ ਸਾਫ਼ ਕਰਕੇ ਆਖਿਆ ਕਿ ਅਸੀਂ ਇਸ਼ਨਾਨ ਕਰਾਇਆ ਹੈ, ਸਿਰ ਵਿੱਚੋਂ ਪਾਣੀ ਆਇਆ ਹੈ। ਇਸ ਤਰ੍ਹਾਂ ਆਖ ਕੇ ਚੁੱਪ ਕਰਾ ਦਿੱਤਾ। ਇਸ ਤਰ੍ਹਾਂ ਉੱਪਰੋਂ ਥੱਲੇ ਕਈ ਵਾਰੀ ਸਿਰਫ ਮੱਥੇ ਉੱਤੇ ਪਸੀਨਾ ਆਉਂਦਾ ਰਿਹਾ। ਪੰਡਤ ਕਿਸ਼ਨ ਸਿੰਘ ਸਾਫ਼ ਕਰ ਦਿੰਦਾ ਰਿਹਾ। ਮਾਈਆਂ ਦੇ ਬਹੁਤ ਕਹਿਣ ਤੇ ਪੰਡਤ ਕਿਸ਼ਨ ਸਿੰਘ ਨੇ ਘੂਰ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਫਿਰ ਗੱਲ ਚੱਲੀ, ਕਲੇਰਾਂ ਵਾਲੇ ਰਿਖੀ ਜੀ ਨਹੀਂ ਆਉਂਦੇ, ਜੇ ਆਉਣਾ ਹੁੰਦਾ ਹੁਣ ਨੂੰ ਆ ਜਾਂਦੇ, ਸੰਸਕਾਰ ਕਰੀਏ। ਫਿਰ ਕਿੱਥੇ ਕਰੀਏ, ਇਹ ਸਵਾਲ ਵੀ ਨਾਲ ਪੈਦਾ ਹੋ ਗਿਆ। ਠੀਕ ਉਸੇ ਸਮੇਂ ਚਿੰਤਰਾਮ ਅਵਧੂਤ ਬੋਲ ਉੱਠਿਆ ਤੇ ਭੱਜ ਕੇ ਟਿੱਲੇ ਉੱਤੇ ਚੜ੍ਹ ਗਿਆ ਤੇ ਬੋਲਿਆ। ਇੱਥੇ 4-5 ਵਾਰ ਬੋਲਿਆ। ਬਸ ਇਸੇ ਗੱਲ ਨੂੰ ਹੀ ਸਭ ਨੇ ਸੱਚ ਮੰਨ ਲਿਆ। ਉੱਥੇ ਹੀ ਤਿਆਰੀ ਸੰਸਕਾਰ ਕਰਨ ਦੀ ਸ਼ੁਰੂ ਕਰ ਦਿੱਤੀ। ਅੰਗੀਠਾ ਤਿਆਰ ਹੋ ਗਿਆ। ਪਾਵਨ ਸਰੀਰ ਉੱਪਰ ਚੁੱਕ ਕੇ ਲੈ ਗਏ। ਉੱਥੇ ਹੀ ਸਭ ਨੂੰ ਦਰਸ਼ਨ ਕਰਾਏ। ਜੋ ਪ੍ਰੇਮੀ ਦਰਸ਼ਨ ਕਰਨ ਵਾਲੇ ਸੇਵਾਦਾਰ ਸਨ, ਉਹਨਾਂ ਦੇ ਮਨ 'ਤੇ ਕੀ ਵਾਪਰੀ ਉਹੀ ਜਾਣਦੇ ਹਨ। ਬੇਕਦਰੇ ਕੀ ਜਾਣਨ, ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਕਿਸੇ ਨੇ ਸਮੇਂ ਅਨੁਸਾਰ ਬਾਬਾ ਜੀ ਨੂੰ ਨਾ ਪਛਾਣਿਆ, ਨਾ ਕਦਰ ਕੀਤੀ। ਗੁਪਤ ਆਏ, ਗੁਪਤ ਰਹੇ, ਗੁਪਤ ਹੀ ਆਪਣੇ ਪਾਵਨ ਸਰੀਰ ਨੂੰ ਲੈ ਗਏ। ਜੋ ਸਮੱਗਰੀ ਉਸ ਵੇਲੇ ਤਿਆਰ ਸੀ
ਉੱਪਰ ਪਾ ਦਿੱਤੀ। ਵਾਹ ਵਾਹ ਤੇਰੀਆਂ ਤੂੰ ਜਾਣੇ, ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਤ ਬਹਾਦਾਸ ਜੀ ਨੇ ਅੰਗੀਠੇ ਨੂੰ ਅਗਨੀ ਦਿਖਾਈ। ਅਗਨੀ ਪ੍ਰਚੰਡ ਹੋਣ ਤੋਂ ਬਾਅਦ ਅੱਧਾ ਕੁ ਸੰਸਕਾਰ ਹੋ ਗਿਆ। ਇੱਕ ਜ਼ੋਰਦਾਰ ਧਮਾਕਾ ਹੋਇਆ। ਸੰਤ ਬਹਾਦਾਸ ਜੀ ਨੇ ਅੰਗੀਠੇ ਨੂੰ ਅਗਨੀ ਦਿਖਾਈ। ਅਗਨੀ ਪ੍ਰਚੰਡ ਹੋਣ ਤੋਂ ਬਾਅਦ ਅੱਧਾ ਕੁ ਸੰਸਕਾਰ ਹੋ ਗਿਆ। ਇੱਕ ਜ਼ੋਰਦਾਰ ਧਮਾਕਾ ਹੋਇਆ। ਸਾਰਾ ਅੰਗੀਠਾ ਖਿੰਡ ਗਿਆ। ਫਿਰ ਇਕੱਠਾ ਕਰਕੇ ਦੁਬਾਰਾ ਅਗਨੀ ਲਾਈ ਗਈ। ਫਿਰ ਬਾਕੀ ਸੰਸਕਾਰ ਹੋਇਆ। ਤਕਰੀਬਨ ਘੰਟਾ ਭਰ ਦਿਨ ਰਹਿੰਦੇ ਤੋਂ ਬਾਬਾ ਆਨੰਦ ਸਿੰਘ ਜੀ ਵੀ ਪਹੁੰਚ ਗਏ। ਜਿੱਥੇ ਅੱਜ ਕੱਲ੍ਹ ਸਕੂਲ ਹੈ, ਇੱਥੇ ਬੱਸ ਰੁਕੀ। ਧੂੰਆਂ ਦੂਰ ਤੋਂ ਨਜ਼ਰ ਆ ਰਿਹਾ ਸੀ। ਉੱਥੋਂ ਹੀ ਬਾਬਾ ਆਨੰਦ ਸਿੰਘ ਜੀ ਨੇ ਖੜੇ ਹੋ ਕੇ ਅਰਦਾਸ ਕੀਤੀ। ਨੇਤਰਾਂ ਵਿੱਚ ਵੈਰਾਗ ਦਾ ਜਲ, ਗਲ ਪੱਲਾ। ਮਨ ਵਿੱਚ ਹੀ ਕੀ ਬੇਨਤੀਆਂ ਕੀਤੀਆਂ, ਇਹ ਤਾਂ ਆਪ ਜੀ ਹੀ ਜਾਣਦੇ ਹਨ। ਜੋ ਮਨ ਦੀ ਇੱਛਾ ਸੀ ਮਨ ਵਿੱਚ ਰਹਿ ਗਈ, ਮਾਲਕਾਂ ਨੇ ਪੂਰੀ ਨਾ ਹੋਣ ਦਿੱਤੀ। ਅਸੀਂ ਮਾਇਆ ਪਾਵਾਂਗੇ, ਉਹ ਬਚਨ ਅੱਖਰ ਅੱਖਰ ਸੱਚ ਹੋ ਗਿਆ। ਡੇਰੇ ਦੇ ਕੋਲ ਪਹੁੰਚ ਕੇ ਸੰਗਤ ਨੂੰ ਸੰਬੋਧਨ ਕਰਕੇ ਬਚਨ ਕੀਤਾ, ਨਗਰ ਨਿਵਾਸੀਓ ਪਿਆਰਿਓ, ਮਹਾਂਪੁਰਖਾਂ ਦੀ ਕਦਰ ਨਾ ਪਾਈ, ਜਿਉਂਦਿਆਂ ਦਾ ਹੀ ਸੰਸਕਾਰ ਕਰ ਦਿੱਤਾ। ਸਾਨੂੰ ਉਡੀਕ ਲੈਂਦੇ ਕਾਹਲੀ ਕਿਉਂ ਕੀਤੀ। ਹਾਂ, ਤੁਸੀਂ ਕੁਝ ਨਾ ਸੋਚਿਆ ਵਿਚਾਰਿਆ। ਉਸ ਸਮੇਂ ਇਉਂ ਮਾਲੂਮ ਹੋ ਰਿਹਾ ਸੀ ਜਿਵੇਂ ਧਰਤੀ ਕੰਬ ਰਹੀ ਹੋਵੇ। ਬਾਬਾ ਆਨੰਦ ਸਿੰਘ ਜੀ ਡੇਰੇ ਵਿੱਚ ਆਏ, ਟਿੱਲੇ ਉੱਪਰ ਗਏ, ਅੰਗੀਠੇ ਦੀਆਂ ਪਰਿਕਰਮਾ ਕੀਤੀਆਂ। ਫਿਰ ਜ਼ਿਕਰ ਚੱਲਿਆ, ਅੰਗੀਠੇ ਨੂੰ ਅੱਗ ਕਿਸ ਨੇ ਦਿਖਾਈ ਤਾਂ ਨਾਮ ਲਿਆ ਸੰਤ ਬਹਾਲਦਾਸ ਜੀ ਦਾ। ਬਾਬਾ ਆਨੰਦ ਸਿੰਘ ਜੀ ਨੇ ਗੱਜ ਕੇ ਬਚਨ ਕੀਤਾ, ਸੱਦੋ ਬਹਾਲਦਾਸ ਕਿੱਥੇ ਹੈ। ਉਸ ਸਮੇਂ ਬਹਾਲਦਾਸ ਜੀ ਕਿਤੇ ਲੁਕ ਗਏ, ਸਾਹਮਣੇ ਨਹੀਂ ਆਏ। ਨਗਰ ਨਿਵਾਸੀਆਂ ਦੇ ਰੋਕਦੇ ਰੋਕਦੇ ਬਗੈਰ ਜਲ ਪਾਣੀ ਵਰਤੇ ਤੋਂ ਮੰਡੀ ਵੱਲ ਚਲੇ ਗਏ। ਸਵੇਰ ਦੇ ਮਾਝੇ ਤੋਂ ਚੱਲੇ, ਜਲ ਪਾਣੀ ਨਹੀਂ ਵਰਤਿਆ। ਮੈਂ ਨੈਣੀ ਨੀਂਦ ਨ ਆਵੇ ਜੀਓ, ਭਾਵੈ ਅੰਨ ਨ ਪਾਣੀ। ਫਿਰ ਭੁੱਚੋ ਮੰਡੀ ਪਹੁੰਚ ਕੇ ਜਲ ਪਾਣੀ ਵਰਤਿਆ। ਭੁੱਚੋ ਨਗਰ ਤੋਂ ਕੁਝ ਮਾਈਆਂ ਵੀ ਪਹੁੰਚ ਗਈਆਂ। ਲਾਲਾ ਦਿਲ ਸੁਖ ਰਾਏ ਵੀ ਮੰਡੀ ਮਿਲ ਗਿਆ। ਸਭ ਨੇ ਮਿਲ ਕੇ ਜਲ ਪਾਣੀ ਛਕਾਇਆ। ਇਸ ਤੋਂ ਉਪਰੰਤ ਬਾਬਾ ਆਨੰਦ ਸਿੰਘ ਜੀ ਭੁੱਚੋ ਨਹੀਂ ਗਏ। ਦੁਸਹਿਰਾ ਹੋ ਗਿਆ, ਭੋਗ ਪੈ ਗਿਆ, ਸਭ ਕੁਝ ਸਮਾਪਤ ਹੋ ਗਿਆ। ਇਸ ਪ੍ਰਸੰਗ ਦੇ ਮੁੱਢ ਵਿੱਚ ਜੋ ਗੁਰਬਾਣੀ ਦਾ ਸ਼ਬਦ ਸੁਣਿਆ ਹੈ, ਅਸਲੀ ਸੋਝੀ ਉਸ ਸ਼ਬਦ ਵਿੱਚੋਂ ਮਿਲਦੀ ਹੈ। ਭੁੱਲ ਚੁੱਕ ਦੀ ਖਿਮਾ। ਜੋ ਹੋਇਆ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਰਜ਼ਾ ਅਨੁਸਾਰ ਹੀ ਹੈ, ਕੋਈ ਕੀ ਕਰ ਸਕਦਾ ਹੈ। ਇੱਕ ਇੱਥੇ ਸਾਰੀ ਪ੍ਰਕਿਰਿਆ ਦੀ ਸਮਾਪਤੀ ਉੱਤੇ ਸੰਤ ਨਰੈਣ ਸਿੰਘ ਜੀ ਮਹਿਣਿਆਂ ਵਾਲਿਆਂ ਨੂੰ ਬਾਬਾ ਜੀ ਆਪਣੇ ਹੱਥੀਂ ਆਪਣੇ ਹੋਂਦ ਵਿੱਚ ਸੇਵਾ ਦੇ ਗਏ ਸਨ। ਉਸ ਹੁਕਮ ਅਨੁਸਾਰ ਸੰਤ ਨਰੈਣ ਸਿੰਘ ਜੀ ਨੂੰ ਦਸਤਾਰਬੰਦੀ ਕਰਕੇ ਸੇਵਾ ਸੌਂਪ ਦਿੱਤੀ ਗਈ। ਜਿਨ੍ਹਾਂ ਨੇ ਇਹ ਸੇਵਾ ਪੂਰਨ ਤਪ ਅਤੇ ਤਿਆਗ ਸਿਮਰਨ ਵਿੱਚ ਰਹਿ ਕੇ ਨਿਭਾਈ,
ਜੇ ਸਮੇਂ ਨੇ ਸਾਥ ਦਿੱਤਾ ਤਾਂ ਇੱਕ ਅਗਲੇ ਹਿੱਸੇ ਵਿੱਚ ਸੰਤ ਨਰੈਣ ਸਿੰਘ ਮਹਿਣਿਆਂ ਵਾਲੇ, ਦੂਜਾ ਈਸਰ ਸਿੰਘ ਜੀ ਰੋੜੀ ਵਾਲੇ, ਤੀਜਾ ਹੁਣ ਬਾਬਾ ਖੇਮ ਸਿੰਘ ਜੀ ਬਾਰੇ ਲਿਖਣ ਦੀ ਕੋਸ਼ਿਸ਼ ਕਰਾਂਗੇ। ਨੰਬਰ 2, ਜੈ ਕੌਰ ਇਹ ਹੁਕਮ ਅਨੁਸਾਰ ਬਾਬਾ ਆਨੰਦ ਸਿੰਘ ਜੀ ਪਾਸ ਇੱਕ ਵਾਰ ਮਾਝੇ ਪਹੁੰਚੇ। ਉੱਥੋਂ ਸ੍ਰੀ ਬਾਬਾ ਆਨੰਦ ਸਿੰਘ ਜੀ ਨੇ ਹੁਕਮ ਕਰਕੇ ਬਚਨ ਕੀਤਾ, ਜਿਸ ਸਮੇਂ ਅਸੀਂ ਕਲੇਰੀ ਆਏ ਤੁਸੀਂ ਉੱਥੇ ਪਹੁੰਚ ਜਾਣਾ। ਉਹਨਾਂ ਸਮਾਂ ਪਿੰਡ ਡਰੋਲੀ ਜਾਓ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਬਾਬਾ ਮਹਾਂ ਹਰਨਾਮ ਸਿੰਘ ਜੀ ਬਾਰੇ ਸਮਕਾਲੀ ਮਹਾਂਪੁਰਖਾਂ ਦੇ ਵਿਚਾਰ। ਇੱਕ ਵਾਰ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣੇ ਵਾਲੇ ਭਾਈ ਕੇ ਚੱਕੀ ਆਏ। ਦੀਵਾਨ ਸੱਜਿਆ। ਸਮਾਪਤੀ ਉਪਰੰਤ ਸੰਗਤ ਵਿੱਚੋਂ ਇੱਕ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਪੱਕੀ ਪੁੱਛੋ ਵੀ ਦਰਸ਼ਨ ਦੀਦਾਰ ਬਖਸ਼ੋ। ਜਵਾਬ ਵਿੱਚ ਸੰਤ ਜੀ ਮਹਾਰਾਜ ਨੇ ਦੱਸਿਆ, ਉੱਥੇ ਪੂਰਨ ਬ੍ਰਹਮ ਘਟ ਘਟ ਵਾਸੀ ਸੰਤ ਰੂਪ ਧਾਰ ਕੇ ਬਿਰਾਜ ਰਹੇ ਹਨ। ਭਾਵ ਕਿ ਬਾਬਾ ਮਹਾਂ ਹਰਨਾਮ ਸਿੰਘ ਜੀ ਬਿਰਾਜ ਰਹੇ ਹਨ, ਉੱਥੇ ਸਾਡੀ ਲੋੜ ਨਹੀਂ। ਜ਼ਬਾਨੀ ਮਾਸਟਰ ਕਰਨੈਲ ਸਿੰਘ, ਬੀਬੀ ਕਾ, ਭੁੱਚੋ ਨਿਵਾਸੀ। ਇੱਕ ਸਮੇਂ ਭਾਈ ਰਤਨ ਸਿੰਘ ਡਰੋਲੀ ਹੁਕਮ ਅਨੁਸਾਰ ਜੀਰੇ ਗਏ। ਅੱਗੇ ਸੁਆਮੀ ਸ਼ੰਕਰਾਪੁਰੀ ਜੀ ਮਿਲੇ ਤੇ ਉਹਨਾਂ ਨੇ ਬਚਨ ਕੀਤਾ ਕਿ ਭਾਈ ਸਿੱਖਾ, ਰੂਮੀ ਵਾਲੇ ਮਹਾਰਾਜ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਸਰਵ ਕਲਾ ਸਮਰੱਥ ਹਨ। ਉਹਨਾਂ ਦੀ ਉਪਮਾ ਕਹਿਣ ਕਥਨ ਤੋਂ ਪਰੇ ਹੈ, ਉਹ ਬੇਅੰਤ ਤੋਂ ਵੀ ਬੇਅੰਤ ਹਨ। ਅਸੀਂ ਇੱਕ ਵਾਰ ਉਹਨਾਂ ਦਾ ਦਰਸ਼ਨ ਕੀਤਾ, ਜੋ ਵਰਿਆਂ ਬੱਧੀ ਸਾਧਨਾ ਕਰਕੇ ਵਿਦਿਆ ਪੜ੍ਹ ਕੇ ਸਾਡੀ ਜੋ ਸੰਕਾ ਨਿਵਰਤ ਨਹੀਂ ਸੀ ਹੋਈ, ਉਹਨਾਂ ਦੇ ਨਿਮਖ ਮਾਤਰ ਦਰਸ਼ਨ ਕਰਕੇ ਹੀ ਨਿਵਰਤ ਹੋ ਗਈ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੂਖ। ਅਸੀਂ ਬੜੇ ਬੜੇ ਤੇਜਵਾਨ ਮਹਾਤਮਾ ਦੇ ਦਰਸ਼ਨ ਕੀਤੇ ਹਨ, ਪਰੰਤੂ ਐਸਾ ਅਮਿਤ ਤੇਜਵਾਨ ਅਸੀਂ ਨਾ ਉਸ ਤੋਂ ਪਹਿਲਾਂ ਦੇਖਿਆ ਸੀ, ਨਾ ਬਾਅਦ ਵਿੱਚ। ਉਹ ਅਮਿਤ ਤੇਜਵੰਤ ਮਹਾਂਪੁਰਖ ਹਨ। ਉਹ ਮਹਾਂਪੁਰਖ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਆਪ ਪਾਰ ਬ੍ਰਹਮ ਪਰਮੇਸ਼ਰ ਜੋਤੀ ਸਰੂਪ ਹਨ। ਇਹ ਬਚਨ ਸੁਆਮੀ ਸ਼ੰਕਰਾਪੁਰੀ ਜੀ ਨੇ ਭਾਈ ਰਤਨ ਸਿੰਘ ਡਰੋਲੀ ਨੂੰ ਆਪ ਮੁਖ ਤੋਂ ਕਹੇ ਸਨ। ਇੱਕ ਮਹਾਤਮਾ ਜਿਨ੍ਹਾਂ ਦਾ ਨਾਮ ਧਾਰੀ ਰਾਮ ਸੀ, ਮੁਦਕੀ ਜ਼ਿਲ੍ਹਾ ਫਿਰੋਜ਼ਪੁਰ ਇਹਨਾਂ ਦਾ ਜਨਮ ਨਗਰ ਸੀ, ਪਰ ਰਿਹਾਇਸ਼ ਮੋਗੇ ਸੀ। ਇੱਕ ਵਾਰੀ ਭਾਈ ਰਤਨ ਸਿੰਘ ਡਰੋਲੀ ਨੂੰ ਸੰਤ ਧਾਰੀ ਰਾਮ ਜੀ ਮੋਗੇ ਮਿਲੇ ਤੇ ਪੁੱਛਿਆ, ਕਿਉਂ ਭਾਈ ਭਗਤਾ, ਕਿਸ ਮਹਾਤਮਾ ਦੀ ਸੇਵਾ ਅਤੇ ਸੰਗਤ ਕਰਦਾ ਹੈ? ਭਾਈ ਰਤਨ ਸਿੰਘ ਡਰੋਲੀ ਨੇ ਦੱਸਿਆ, ਜੀ ਭੁੱਚੋ ਨਗਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਹਾਂਪੁਰਖ ਰਹਿੰਦੇ ਹਨ, ਉਹਨਾਂ ਪਾਸੋਂ ਆਇਆ ਹਾਂ ਅਤੇ ਉੱਥੇ ਹੀ ਜਾ ਰਿਹਾ ਹਾਂ। ਸੰਤ ਧਾਰੀ ਰਾਮ ਜੀ ਨੇ ਉੱਥੋਂ ਖੜੇ ਹੀ ਨਮਸਕਾਰ ਕਰਕੇ ਬਚਨ ਕੀਤਾ, ਸਿੱਖਾ, ਉਹਨਾਂ ਮਹਾਂਪੁਰਖਾਂ ਦਾ ਤਾਂ ਦਰਸ਼ਨ ਹੀ ਬੜੇ ਪੁੰਨ ਸਦਕਾ ਮਿਲਦਾ ਹੈ। ਤੂੰ ਤਾਂ ਉਹਨਾਂ ਦਾ ਸੇਵਕ ਹੈ, ਤੂੰ ਧਨ ਹੈ। ਐਸੇ ਮਹਾਂਪੁਰਖ ਦੇ ਰੂਪ ਵਿੱਚ ਜੁਗਾਂ ਤੋਂ ਬਾਅਦ ਪਰਮੇਸ਼ਰ ਧਰਤੀ ਉੱਤੇ ਆਉਂਦਾ ਹੈ।
ਉਹਨਾਂ ਦੀ ਚਰਨ ਧੂੜ ਨੂੰ ਦੇਵਤੇ ਵੀ ਲੋਚਦੇ ਹਨ। ਉਹ ਆਪ ਹੀ ਨਿਰਗੁਣ ਸਰਗੁਣ ਸਰੂਪ ਹਨ, ਸਰਬ ਕਲਾ ਸਮਰੱਥ ਹਨ। ਸੋ ਗੁਰਮੁਖਾ, ਜਿਸ ਨੇ ਨਿਰਗੁਣ ਸਰਗੁਣ ਸਰੂਪ ਦਰਸ਼ਨ ਕਰਨਾ ਹੋਵੇ, ਉਹ ਭੁੱਚੋ ਪਹੁੰਚ ਕੇ ਦਰਸ਼ਨ ਕਰੇ। ਅਸੀਂ ਵੀ ਇੱਕ ਵਾਰ ਸੰਤ ਮੰਡਲੀ ਨਾਲ ਜਾ ਕੇ ਦਰਸ਼ਨ ਕਰ ਆਏ ਹਾਂ। ਸੰਤ ਭਾਨ ਸਿੰਘ ਜੀ, ਜਿਨ੍ਹਾਂ ਦਾ ਜਨਮ ਨਗਰ ਨੱਥੂ ਵਾਲਾ ਜਦੀਦ ਸੀ, ਨਿਆਏ ਸ਼ਾਸਤਰ ਦੇ ਮਹਾਨ ਵਿਦਵਾਨ ਹੋਏ ਹਨ। ਬੇਅੰਤ ਸਾਧੂ ਬ੍ਰਾਹਮਣ ਇਹਨਾਂ ਤੋਂ ਵਿਦਿਆ ਦੇ ਭੰਡਾਰ ਲੈ ਕੇ ਵਰਸਾਏ ਸਨ, ਜਿਨ੍ਹਾਂ ਨੂੰ ਕੋਕਰੀ ਵਾਲੇ ਕਹਿ ਕੇ ਬਹੁਤਾ ਜਾਣਿਆ ਜਾਂਦਾ ਸੀ। ਇਹਨਾਂ ਨੇ ਵੀ ਬਾਬਾ ਮਹਾਂ ਹਰਨਾਮ ਸਿੰਘ ਜੀ ਬਾਰੇ ਆਪਣੇ ਮੁਖ ਤੋਂ ਉਸਤਤ ਕਰਦਿਆਂ ਦੱਸਿਆ ਕਿ ਰੂਮੀ ਭੁੱਚੋ ਵਾਲੇ ਮਹਾਰਾਜ ਜਹਾਜ਼ ਗੁਰੂ ਰੂਪ ਸਨ। ਜਿਵੇਂ ਜਹਾਜ਼ 'ਤੇ ਚੜ੍ਹ ਕੇ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ, ਇਵੇਂ ਹੀ ਜੋ ਭੁੱਚੋ ਵਾਲੇ ਮਹਾਰਾਜ ਜੀ ਦੇ ਬਚਨ ਮੰਨਦੇ ਹਨ, ਉਹ ਸਮੁੰਦਰ ਤੋਂ ਨਿਸ਼ਚੇ ਪੂਰਵਕ ਹੀ ਤਰ ਗਏ ਹਨ। ਇੱਕ ਸਮੇਂ ਬਾਬਾ ਆਨੰਦ ਸਿੰਘ ਜੀ ਪਾਸ ਕਲੇਰੀ ਨਾਨਕਸਰ 94 ਹਜ਼ੂਰੀ ਸੇਵਕ ਬੈਠੇ ਸਨ, ਜਿਨ੍ਹਾਂ ਦੇ ਨਾਮ ਬਾਬਾ ਹਜ਼ੂਰਾ ਸਿੰਘ ਜੀ, ਬਾਬਾ ਈਸਰ ਸਿੰਘ ਜੀ, ਭਾਈ ਨਿਹਾਲ ਸਿੰਘ ਜੀ ਹਾਜ਼ਰ ਸਨ। ਭੁੱਚੋ ਵਾਲੇ ਮਹਾਰਾਜ ਜੀ ਦਾ ਪ੍ਰਸੰਗ ਬਾਬਾ ਜੀ ਭਾਈ ਰਤਨ ਸਿੰਘ ਡਰੋਲੀ ਤੋਂ ਸੁਣ ਰਹੇ ਸਨ। ਅਖੀਰ 'ਤੇ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ, ਡਰੋਲੀ ਭੁੱਚੋ ਵਾਲੇ ਮਹਾਰਾਜ ਦੀ ਸੇਵਾ ਕਰਕੇ ਜਿੱਡਾ ਵੱਡਾ ਵੀ ਕੋਈ ਬਣਨਾ ਚਾਹੁੰਦਾ ਬਣ ਸਕਦਾ ਸੀ, ਤੇ ਉਹ ਸੇਵਕ ਨੂੰ ਬਣਾ ਸਕਦੇ ਸਨ। ਤੇ ਫਿਰ ਆਪਣੀ ਬਾਬਤ ਦੱਸਿਆ, ਜੋ ਕਿਰਪਾ ਉਹਨਾਂ ਨੇ ਸਾਡੇ ਉੱਤੇ ਕੀਤੀ ਹੈ, ਇਹ ਵਸਤੂ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਕਿਸੇ ਆਪਣੀ ਕਮਾਈ ਦੇ ਬਲ ਨਾਲ ਨਹੀਂ ਮਿਲਦੀ। ਹਾਂ, ਹੁਕਮ ਮੰਨ ਕੇ ਜੋ ਕਹਿਣ ਕਰਨਾ ਹੀ ਪੈਂਦਾ ਹੈ। ਕਿਸੇ ਸਮੇਂ ਮਨ ਵਿੱਚ ਤਰਸ ਆ ਗਿਆ, ਬਖਸ਼ਿਸ਼ ਹੋ ਗਈ, ਗੁਰਵਾਕ ਹੈ। ਤਰਸ ਪਿਆ, ਮਹਿ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਇਹ ਬਚਨ ਕਰਨ ਸਮੇਂ ਬਾਬਾ ਆਨੰਦ ਸਿੰਘ ਜੀ ਦੇ ਮੁਖ 'ਤੇ ਅਸਚਰਜਤਾ ਅਤੇ ਪ੍ਰਸੰਨਤਾ ਦੇ ਰੂਪ ਵਿੱਚ ਕੋਈ ਅਗੰਮੀ ਖੁਸ਼ੀ ਪ੍ਰਤੱਖ ਦਿਸ ਰਹੀ ਸੀ। ਸਭ ਮਹਾਂਪੁਰਖਾਂ ਦੇ ਬਚਨਾਂ ਦਾ ਸਾਰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਵਿੱਚੋਂ ਮਿਲਦਾ ਹੈ। ਜਿਹਾ ਡਿਠਾ ਮੈਂ ਤਿਹੋ ਕਿਹਾ, ਤਿਸ ਰਸ ਆਇਆ ਜਿਨ ਭੇਦ ਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।